ਕਰਾਂਗੀ ਕਿ ਜੋ ਵੀ ਸਕਰੀਨ ਸ਼ੇਅਰ ਕਰ। ਮੈਂ ਸਰ ਆਪਸ਼ਨ ਦਿੱਤੀ ਹੋਈ ਆ, ਇੱਕ ਵਾਰ ਚੈੱਕ ਕਰ ਲਓ ਪਲੀਜ਼ ਚੈੱਕ ਸਰ। ਹਾਂਜੀ ਜੀ ਥੈਂਕ ਯੂ। ਐਂਡ ਆਪਣੇ ਜਿਹੜੇ ਜੋ ਵੀ ਤੁਹਾਡੇ ਕੁਐਸਚਨਸ ਔਰ ਕੁਝ ਡਿਸਕਸ਼ਨਸ ਆ ਐਂਡ ਆਫ ਦ ਡਿਸਕਸ਼ਨ ਹਮੇਸ਼ਾ ਦੀ ਤਰ੍ਹਾਂ ਤੁਸੀਂ ਪੁੱਛ ਸਕਦੇ ਆ ਆਪਣੇ ਸਵਾਲ। ਤੇ ਅੱਜ ਦਾ ਜਿਹੜਾ ਸੈਸ਼ਨ ਹੈਗਾ ਆ ਕਿ ਤੁਹਾਡੀ ਕਮਰ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ, ਯਾਨੀ ਕਿ ਕੈਨ ਯੂਰ ਵੇਸਟ ਅਫੈਕਟ ਯੂਰ ਹੈਲਥ। ਇਹਦੇ ਕੀ ਰੀਜ਼ਨਸ ਹੈ, ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਹੈ, ਸਾਨੂੰ ਡਾਕਟਰ ਸਾਹਿਬ ਅੱਜ ਦੇ ਟੌਪਿਕ ਦੇ ਵਿੱਚ ਕਲੀਅਰ ਤਾਂ ਆਪਣੇ ਬਹੁਤ ਜ਼ਿਆਦਾ ਜਿਹੜੇ ਆਪਣੇ ਆਪ ਨੂੰ ਪਲੀਜ਼ ਤੁਸੀਂ ਮਿਊਟ ਹੀ ਰੱਖਣਾ ਔਰ ਇਨ ਦਾ ਐਂਡ ਆਫ ਦਾ ਡਿਸਕਸ਼ਨ ਤੁਹਾਨੂੰ ਅਲਾਉ ਕੀਤਾ ਜਾਏਗਾ ਕਿ ਤੁਸੀਂ ਆਪਣੇ ਕੁਐਸਚਨ ਪੁੱਛ ਸਕਦੇ ਆ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਜੀ ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ, ਅੱਜ ਅਸੀਂ ਇੱਕ ਹੋਰ ਬਹੁਤ ਵਧੀਆ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਕਿ ਕੀ ਤੁਹਾਡੀ ਕਮਰ ਤੁਹਾਡੀ ਸਿਹਤ ਤੇ ਕੋਈ ਅਸਰ ਕਰ ਸਕਦੀ ਹੈ। ਇਹ ਆਪਾਂ ਦੇਖਣਾ ਹੈ। ਮੈਮਟ ਓਜ਼ ਆਸਟ੍ਰੇਲੀਆ ਦੇ ਇੱਕ ਡਾਕਟਰ ਹਨ, ਉਹ ਕਹਿੰਦੇ ਆ ਕਿ ਤੁਹਾਡੀ ਜਿਹੜੀ ਵੇਸਟ ਦਾ ਸਾਈਜ਼ ਹੈ ਇਹ ਤੁਹਾਡੀ ਹਾਈਟ ਤੇ ਅੱਧੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਅੱਧ ਤੋਂ ਘੱਟ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਆਪਾਂ ਮੇਜਰ ਕਰਨਾ ਆ ਕਿ ਜੇ ਤੁਹਾਡੀ ਹਾਈਟ ਤਕਰੀਬਨ 5.5 ਫੁੱਟ ਹੈਗੀ ਆ, ਇਹਦਾ ਮਤਲਬ ਆ 5 ਫੁੱਟ ਤੇ 6 ਇੰਚ, ਕੋਈ 66 ਇੰਚ ਤਾਂ ਤੁਹਾਡਾ 33 ਇੰਚ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਸੋ ਆਪਾਂ ਇਹ ਕਿਉਂ ਇੰਪੋਰਟੈਂਟ ਹੈ ਮੇਜਰਮੈਂਟ ਕਰਨਾ, ਇਹਦੇ ਨਾਲ ਸਾਡੀ ਜਿਹੜੀ ਹੈਲਥ ਹੈਗੀ ਆ ਉਹ ਮੇਜਰ ਅਸੀਂ ਕਰ ਸਕਦੇ ਹੈਗੇ ਆ ਕਿ ਸਾਡੀ ਸਿਹਤ ਕਿਸ ਤਰ੍ਹਾਂ ਹੈਗੀ ਆ। ਅਗਰ ਅਸੀਂ ਆਪਣੀ ਵੇਸਟ ਨੂੰ ਆਪਣੀ ਕਮਰ ਨੂੰ ਮੇਜਰ ਕਰ ਲੈਂਦੇ ਆ ਤੇ ਸਾਨੂੰ ਕਈ ਵਾਰੀ ਬਹੁਤ ਸਾਰੇ ਸਾਡੇ ਬਲੱਡ ਟੈਸਟ ਕਰਨ ਦੀ ਲੋੜ ਨਹੀਂ ਪੈਂਦੀ, ਸਾਨੂੰ ਇਹਦੇ ਤੋਂ ਹੀ ਪਤਾ ਲੱਗ ਜਾਂਦਾ ਆ ਕਿ ਸਾਡੇ ਵਿੱਚ ਕੀ ਨੁਕਸ ਹੈ ਜਾਂ ਅਸੀਂ ਕਿਸ ਤਰ੍ਹਾਂ ਹੈਗੇ ਆ। ਇਹ ਇੱਕ ਤਰ੍ਹਾਂ ਦੀ ਸਾਡੀ ਫੈਟ ਹੈਗੀ, ਜਿਹੜੀ ਸਾਡੀ ਵਿਸਰਲ ਫੈਟ ਹੈਗੀ ਆ, ਸਾਡੀ ਉਹ ਫੈਟ ਜਿਹੜੀ ਸਾਡੇ ਆਰਗਨਸ ਦੇ ਦੁਆਲੇ ਆ, ਜਿਹੜੇ ਸਾਡੇ ਸਟਮਕ ਦੇ ਦੁਆਲੇ ਆ, ਸਾਡੇ ਪੈਂਕਰੀਆਸ ਦੇ ਦੁਆਲੇ ਆ, ਸਾਡੇ ਕਿਡਨੀ ਦੇ ਦੁਆਲੇ ਹੈਗੇ ਆ, ਜਿਹੜੀ ਅੰਦਰਲੀ ਜਿਹੜੀ ਸਾਡੀ ਫੈਟ ਹੈਗੀ ਆ ਜਿਹਨੂੰ ਅਸੀਂ ਵਿਸਰਲ ਫੈਟ ਕਹਿੰਦੇ ਆ, ਉਹਦੇ ਬਾਰੇ ਸਾਨੂੰ ਪਤਾ ਲੱਗ ਸਕਦਾ ਹੈਗਾ ਆ। ਔਰ ਜਿਨ੍ਹਾਂ ਦੀ ਕਮਰ ਜ਼ਿਆਦਾ ਵੱਡੀ ਹੈਗੀ ਆ ਉਹਨਾਂ ਨੂੰ ਇਹ ਵਿਸਰਲ ਫੈਟ ਜਿਹੜੀ ਹੈਗੀ ਆ ਉਹ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈਗੀ ਆ। ਤੇ ਜਿੰਨੀ ਵੀ ਜ਼ਿਆਦਾ ਫੈਟ ਹੈਗੀ ਆ ਪੇਟ ਦੇ ਵਿੱਚ ਉਹ ਜ਼ਿਆਦਾ ਖਰਾਬ ਹੁੰਦੀ ਹੈਗੀ ਆ। ਵਿਸਰਲ ਫੈਟ ਜਿਹੜੀ ਹੈਗੀ ਆ ਇਹ ਬਾਕੀ ਦੂਸਰੀ ਸਬਕਟੇਨੀਅਸ ਫੈਟ ਨਾਲੋਂ ਜ਼ਿਆਦਾ ਭੈੜੀ ਹੈਗੀ ਹੈ। ਇਹ ਤੁਹਾਨੂੰ ਕਈ ਸੀਰੀਅਸ ਡਿਜ਼ੀਜ਼ ਜਿਹੜੀਆਂ ਹੈਗੀਆਂ ਆ, ਬਹੁਤ ਸੀਰੀਅਸ ਰੋਗ ਹੈਗੇ ਆ, ਉਹਨਾਂ ਦੀ ਜਨਮਦਾਤੀ ਵੀ ਹੈਗੀ ਆ। ਵਿਸਰਲ ਫੈਟ ਡੀਪ ਹੁੰਦੀ ਆ ਔਰ ਜਿਹੜੀ ਸਬਕਟੇਨੀਅਸ ਫੈਟ ਹੈ ਉਹ ਅਸੀਂ ਉੱਪਰੋਂ ਦੇਖ ਲੈਂਦੇ ਆ, ਜਿਸ ਤਰ੍ਹਾਂ ਅਸੀਂ ਟੱਚ ਕਰਕੇ ਜਾਂ ਪਿੰਚ ਕਰਕੇ, ਜਿਸ ਤਰ੍ਹਾਂ ਪੇਟ ਨੂੰ ਅਸੀਂ ਅਗਰ ਦੇਖੀਏ ਤੇ ਅਗਰ ਸਕਿਨ ਦੇ ਥੱਲੇ ਜਿਹੜੀ ਫੈਟ ਹੈਗੀ ਉਹਨੂੰ ਸਬਕਟੇਨੀਅਸ ਫੈਟ ਕਹਿੰਦੇ ਆ, ਉਹ ਸਾਡੀ ਇੰਨੀ ਨੁਕਸਾਨ ਨਹੀਂ ਕਰਦੀ ਜਿੰਨੀ ਕਿ ਸਾਡੀ ਵਿਸਰਲ ਫੈਟ ਨੁਕਸਾਨ ਕਰਦੀ ਹੈ। ਇਹ ਵਿਸਰਲ ਫੈਟ ਖਰਾਬ ਕਿਉਂ ਆ? ਜਦੋਂ ਇਹ ਵਿਸਰਲ ਫੈਟ ਬ੍ਰੇਕਡਾਊਨ ਹੁੰਦੀ ਆ ਤਾਂ ਇਹ ਕਈ ਤਰ੍ਹਾਂ ਦੇ ਜਿਹੜੇ ਫੈਟੀ ਐਸਿਡਸ ਹੈਗੇ ਆ ਉਹ ਬਲੱਡ ਦੇ ਵਿੱਚ ਸਿੱਟ ਦਿੰਦੀ ਹੈਗੀ ਆ। ਇਹ ਸਾਡੇ ਚਾਂਸਸ ਜਿਹੜੇ ਆ ਹਾਰਟ ਅਟੈਕ ਦੇ, ਅਲਜ਼ਾਈਮਰ ਦੇ ਤੇ ਕੋਲੇਸਟ੍ਰੋਲ ਹਾਈ ਦੇ ਜ਼ਿਆਦਾ ਪੈਦਾ ਕਰਦੀ ਹੈਗੀ ਆ। ਇਹ ਸਾਡੀ ਬੋਡੀ ਦੀ ਜਿਹੜੀ ਇਨਸੂਲਿਨ ਹੈਗੀ ਆ ਉਹਨੂੰ ਸਾਡੇ ਸਿਸਟਮ ਤੱਕ, ਸਾਡੇ ਟਿਸ਼ੂਜ਼ ਤੱਕ ਜਿਹੜੀ ਪਹੁੰਚਾਉਣ ਦੇ ਵਿੱਚ ਵੀ ਰੁਕਾਵਟ ਬਣਦੀ ਹੈਗੀ ਆ, ਜਿਹਦੇ ਨਾਲ ਕਿ ਸਾਨੂੰ ਟਾਈਪ 2 ਦੀ ਡਾਇਬਟੀਜ਼, ਜਿਹੜੀ ਅਡਲਟ ਔਨਸੈਟ ਡਾਇਬਟੀਜ਼ ਆ ਉਹ ਹੋ ਜਾਂਦੀ, ਜਾਂ ਪ੍ਰੀ ਡਾਇਬਟੀਜ਼ ਹੋ ਜਾਂਦੀ ਹੈਗੀ ਆ। ਜਿਹੜੀ ਪ੍ਰੋਟੀਨਸ ਇਹਦੇ ਵਿੱਚੋਂ ਵਿਸਰਲ ਫੈਟ ਦੇ ਵਿੱਚੋਂ ਨਿਕਲਦੀਆਂ, ਜਾਂ ਸਾਈਟੋਕਾਈਨਸ ਨਿਕਲਦੇ ਹੈਗੇ ਆ, ਜਾਂ ਹੋਰ ਵੀ ਕਈ ਤਰ੍ਹਾਂ ਦੇ ਮਤਲਬ IL-6 ਔਰ IL-1, 2, 3, 4 ਜਿਹੜੇ ਨਿਕਲਦੇ ਹੈਗੇ ਇਨਫਲੇਮੇਟਰੀ ਸਾਈਟੋਕਾਈਨਸ, ਉਹ ਬੋਡੀ ਟਿਸ਼ੂਜ਼ ਨੂੰ ਇਨਫਲੇਮੇਸ਼ਨ ਦਿੰਦੇ ਹੈਗੇ ਆ ਤੇ ਉਹਦੇ ਨਾਲ ਸਾਡੀਆਂ ਜਿਹੜੀਆਂ ਬਲੱਡ ਵੈਸਲਸ ਹੈਗੀਆਂ ਆ ਉਹ
ਭੀੜੀਆਂ ਹੋ ਜਾਂਦੀਆਂ ਆ, ਕੰਸਟ੍ਰਿਕਟ ਕਰ ਜਾਂਦੀਆਂ ਆ, ਤੇ ਸਾਨੂੰ ਬਲੱਡ ਪ੍ਰੈਸ਼ਰ ਦੀ ਵੀ ਇਹ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ। ਕਿੰਨੀ ਵੇਸਟ ਜਿਹੜੀ ਹੈਗੀ ਆ ਜ਼ਿਆਦਾ ਬਿਗ ਹੈਗੀ ਆ, ਹਰ ਇੱਕ ਜਿਹੜਾ ਆ ਡਿਫਰੈਂਟ ਹੁੰਦਾ ਆ, ਔਰ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਬੋਡੀ ਕਿੱਡੀ ਕੁ ਵੱਡੀ ਹੈਗੀ ਆ। ਜਨਰਲ ਗਾਈਡਲਾਈਨਸ ਜਿਹੜੀਆਂ ਵੇਸਟ ਲਾਈਨ ਦੀਆਂ ਹੈ ਉਹ ਇਹ ਆ ਕਿ ਜਿਹੜੇ ਵੂਮਨ ਹੈਗੀਆਂ ਔਰ ਔਰਤਾਂ ਹੈਗੀਆਂ ਉਹਨਾਂ ਦੀ 35 ਇੰਚ ਤੋਂ ਘੱਟ ਹੋਣੀ ਚਾਹੀਦੀ ਆ, ਤੇ ਜਿਹੜੇ ਆਦਮੀ ਹੈਗੇ ਆ ਉਹਨਾਂ ਦੀ 40 ਇੰਚ ਤੋਂ ਘੱਟ ਹੋਣੀ ਚਾਹੀਦੀ ਹੈਗੀ ਆ। ਇਹ ਨੰਬਰ ਜਿਹੜੇ ਆ ਸਲਾਈਟਲੀ ਹਾਇਰ ਹੈਗੇ ਆ ਜੇ ਤੁਹਾਡੀ ਬੋਡੀ ਬਹੁਤ ਜ਼ਿਆਦਾ ਵੱਡੀ ਹੈਗੀ ਆ, ਜਾਂ ਫਿਰ ਜਿੰਨੇ ਸਾਡੇ ਏਸ਼ੀਅਨ ਬੈਕਗਰਾਉਂਡ ਵਾਲੇ ਹੈਗੇ ਆ, ਜਿੰਨੇ ਏਸ਼ੀਆ ਦੇ ਵਿੱਚ ਬੰਦੇ ਰਹਿੰਦੇ ਆ, ਉਹਨਾਂ ਦੀਆਂ ਜਿਹੜੀਆਂ ਬੋਡੀ ਕੰਸਟੀਟਿਊਸ਼ਨ ਹੈਗਾ ਆ ਉਹ ਛੋਟਾ ਆ ਐਸ ਬਨਿਸਬਤ ਕੇ ਯੂਰਪੀਅਨ ਨਾਲੋਂ। ਇਸ ਕਰਕੇ ਉਹਨਾਂ ਦੀ ਜਿਹੜੀ ਵੇਸਟ ਦੀ ਮੇਜਰਮੈਂਟਸ ਹੈ ਉਹ ਔਰਤਾਂ ਵਾਸਤੇ 31.5 ਦੱਸੀ ਗਈ ਆ, ਤੇ ਆਦਮੀਆਂ ਦੇ ਲਈ 35.5 ਦੱਸੀ ਗਈ ਹੈ, ਇਹ ਤੋਂ ਥੱਲੇ ਹੋਣੀ ਚਾਹੀਦੀ ਆ। ਸੋ ਇਸ ਕਰਕੇ ਜਿਹੜੇ ਸਾਡੇ ਲਈ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ ਆ ਉਹ ਇਹ ਆ ਕਿ ਸਾਨੂੰ ਲੇਡੀਜ਼ ਲਈ 31.5 ਤੋਂ ਥੱਲੇ ਹੋਣੀ ਚਾਹੀਦੀ ਆ, ਤੇ ਆਦਮੀਆਂ ਲਈ 35.5 ਤੋਂ ਥੱਲੇ ਹੋਣੀ ਚਾਹੀਦੀ ਆ। ਅਗਰ ਇਹ ਤੋਂ ਉੱਪਰ ਹੈਗੀ ਆ ਤਾਂ ਫਿਰ ਸਾਨੂੰ ਇਹ ਮਤਲਬ ਸਾਡੀ ਓਬੈਸਿਟੀ ਦਾ ਕਾਰਨ ਬਣਦੀ ਆ, ਸਾਡੀ ਓਵਰਵੇਟ ਦਾ ਕਾਰਨ ਬਣਦੀ ਆ, ਔਰ ਸਾਡੀਆਂ ਜਿੰਨੀਆਂ ਵੀ ਇਹਦੇ ਨਾਲ ਰਿਲੇਟਡ ਡਿਜ਼ੀਜ਼ਸ ਹੈਗੀਆਂ ਆ ਉਹਨਾਂ ਦਾ ਕਾਰਨ ਬਣ ਜਾਂਦੀ ਹੈਗੀ ਆ। ਫਿਰ ਵੀ ਤੁਸੀਂ ਆਪਣੇ ਡਾਕਟਰ ਦੇ ਨਾਲ ਸਲਾਹ ਮਸ਼ਵਰਾ ਕਰ ਸਕਦੇ ਹੋ ਕਿ ਮੇਰੀ ਕਿੰਨੀ ਵੇਸਟ ਲਾਈਨ ਹੈਗੀ ਆ ਔਰ ਮੈਂ ਉਹਦੇ ਵਿੱਚ ਕਿਸ ਤਰ੍ਹਾਂ ਆਪਣੀ ਸਿਹਤ ਨੂੰ ਦੇਖ ਸਕਦਾ ਹਾਂ। ਜਿਹੜੀ ਜਿੰਨੀ ਵੀ ਬੈਲੀ ਫੈਟ ਹੈਗੀ ਆ ਉਹ ਕੀ ਵਿਸਰਲ ਫੈਟ ਹੁੰਦੀ ਆ। ਬੈਲੀ ਫੈਟ ਜਿਹੜੀ ਹੈਗੀ ਆ ਉਹ ਜਦੋਂ ਤੁਸੀਂ ਕੋਈ ਆਪਣੀ ਪੈਂਟ ਵਗੈਰਾ ਪਾਉਨੇ ਆ ਤੇ ਉਹ ਵਿਸਰਲ ਫੈਟ ਤੁਹਾਡੀ ਦਰਸਾਉਂਦੀ ਹੈਗੀ ਆ। ਤੇ ਕਈ ਵਾਰੀ ਇਹ ਹਮੇਸ਼ਾ ਨਹੀਂ ਐਸਾ ਹੁੰਦਾ, ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਜਿਹੜੀ ਤੁਹਾਡੀ ਸਕਿਨ ਦੇ ਅੰਡਰ ਫੈਟ ਹੈਗੀ ਆ ਉਹ ਜ਼ਿਆਦਾ ਹੋਵੇ ਤੇ ਵਿਸਰਲ ਫੈਟ ਬਹੁਤ ਘੱਟ ਹੋਵੇ। ਫਿਰ ਜਿੱਦਾਂ ਸੂਮੋ ਰੈਸਲਰਸ ਹੈਗੇ ਜਾਪਾਨੀ, ਉਹ ਡੇਲੀ ਟ੍ਰੇਨ ਕਰਦੇ ਹੈਗੇ ਆ ਔਰ ਉਹਨਾਂ ਦੀਆਂ ਬੋਡੀਜ਼ ਬਹੁਤ ਜ਼ਿਆਦਾ ਵੱਡੀਆਂ ਵੱਡੀਆਂ ਹੁੰਦੀਆਂ ਆ ਤੇ ਉਹਨਾਂ ਦੀ ਵੇਸਟ ਵੀ ਬਹੁਤ ਵੱਡੀ ਹੁੰਦੀ ਹੈਗੀ ਆ। BMI ਜਿਹੜੀ ਆ ਉਹਨਾਂ ਦੀ ਬੋਡੀ ਮਾਸ ਇੰਡੈਕਸ ਹੈਗਾ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈਗਾ ਆ, ਤੇ ਵਿਸਰਲ ਫੈਟ ਉਹਨਾਂ ਦੀ ਬਹੁਤ ਘੱਟ ਹੁੰਦੀ ਹੈਗੀ ਆ। ਪਰ ਜੇ ਉਹ ਇਹ ਜਿਹੜਾ ਰੋਜ਼ ਦਾ ਅਭਿਆਸ ਕਰਨਾ ਛੱਡ ਦੇਣ ਤਾਂ ਫਿਰ ਉਹਨਾਂ ਦੀ ਵੀ ਵਿਸਰਲ ਫੈਟ ਵੱਧ ਜਾਂਦੀ ਹੈਗੀ ਆ। ਸੋ ਇਸ ਕਰਕੇ ਜਦੋਂ ਤੁਸੀਂ ਅਭਿਆਸ ਕਰਦੇ ਆ, ਐਕਸਰਸਾਈਜ਼ ਕਰਦੇ ਆ, ਤਾਂ ਤੁਹਾਡੀ ਵਿਸਰਲ ਫੈਟ ਜਿਹੜੀ ਹੈਗੀ ਆ ਉਹ ਜ਼ਿਆਦਾ ਤੌਰ ਤੇ ਉੱਤੇ ਪਿਘਲ ਜਾਂਦੀ ਹੈਗੀ ਆ। ਜ਼ਿਆਦਾ ਜਿਹੜੀ ਬੋਡੀ ਫੈਟ ਆ ਉਹ ਕਿੱਥੇ ਸਟੋਰ ਕੀਤੀ ਹੁੰਦੀ ਹੈਗੀ ਆ। ਜ਼ਿਆਦਾਤਰ ਜਿਹੜੀ ਸਕਿਨ ਦੇ ਥੱਲੇ ਹੁੰਦੀ ਆ, ਜਿਹਨੂੰ ਅਸੀਂ ਸਬਕੁਟੇਨੀਅਸ ਫੈਟ ਕਹਿੰਦੇ ਆ। ਜਿਸ ਤਰ੍ਹਾਂ ਆ ਸਾਡੀ ਸਕਿਨ ਹੈਗੀ ਆ, ਸਕਿਨ ਦੇ ਥੱਲੇ ਜਿਹੜੀ ਫੈਟ ਹੈਗੀ ਆ ਜਦੋਂ ਅਸੀਂ ਪਿੰਚ ਕਰਦੇ ਆ ਇਹਨੂੰ ਅਸੀਂ ਸਬਕੁਟੇਨੀਅਸ ਫੈਟ ਹੈ। ਸਾਡੀ ਸਾਰੀ ਬੋਡੀ ਦੇ ਉੱਤੇ ਇਹੀ ਸਾਡੀ ਬੋਡੀ ਨੂੰ ਕੰਟੂਰ ਦਿੰਦੀ ਹੈਗੀ ਆ। ਇਹ ਜਿਹੜੀਆਂ ਸਾਡੀਆਂ ਹੱਡੀਆਂ ਆ ਉਹਨਾਂ ਨੂੰ ਲੁਕੋ ਕੇ ਰੱਖਦੀ ਆ ਔਰ ਸਾਡੀ ਬੋਡੀ ਜਿਹੜੀ ਆ ਬੜੀ ਸਮੂਥ ਇਹਦੇ ਨਾਲ ਦਿਸਦੀ ਹੈਗੀ ਆ। ਔਰ ਜਿਹੜੇ ਸਾਡੇ ਜੁਆਇੰਟਸ ਵੀ ਹੈਗੇ ਆ ਉਹ ਵੀ ਬੜੇ ਸਮੂਥ ਦਿਸਦੇ ਆ ਔਰ ਮਤਲਬ ਕੋਈ ਤਿੱਖੀਆਂ ਚੀਜ਼ਾਂ ਨਹੀਂ ਸਾਡੀ ਬੋਡੀ ਦੇ ਵਿੱਚ ਦਿਸਦੀਆਂ, ਕਿਉਂਕਿ ਜਿਹੜੀ ਫੈਟ ਹੈਗੀ ਆ ਉਹ ਇੱਕ ਤਰ੍ਹਾਂ ਦੇ ਨਾਲ ਸਾਡੀ ਬੋਡੀ ਨੂੰ ਸਮੂਥਨ ਕਰ ਦਿੰਦੀ ਹੈਗੀ ਆ। ਇਹੀ ਫੈਟ ਜਿਹੜੀ ਹੈਗੀ ਆ ਇਹ ਸਾਡੇ ਅਸੀਂ ਦੇਖ ਸਕਦੇ ਆ ਔਰ ਅਸੀਂ ਫੀਲ ਕਰ ਸਕਦੇ ਆ ਆਪਣੇ ਹੱਥਾਂ ਦੇ ਨਾਲ। ਤੇ ਜਿਹੜੀ ਰੈਸਟ ਬਾਕੀ ਹੈਗੀ ਹਿਡਨ ਬੋਡੀ ਦੇ ਵਿੱਚ ਫੈਟ ਹੈ, ਜਿਹੜੀ ਕਿ ਸਾਡੇ ਅੰਦਰ ਹੈਗੀ ਆ, ਜਿਹੜੀ ਸਾਡੇ ਹਾਰਟ ਦੇ ਦੁਆਲੇ ਹੈਗੀ ਆ, ਸਾਡੇ ਫੇਫੜਿਆਂ ਦੇ ਦੁਆਲੇ ਹੈਗੀ ਆ, ਸਾਡੇ ਸਟਮਕ ਦੇ ਦੁਆਲੇ ਹੈਗੀ ਆ, ਸਾਡੇ ਪੈਂਕਰੀਆਸ ਦੇ ਦੁਆਲੇ ਹੈਗੀ ਆ, ਸਾਡੇ ਕਿਡਨੀ ਦੇ ਦੁਆਲੇ ਹੈਗੀ ਆ, ਸਾਡੀਆਂ ਆਂਦਰਾਂ ਦੇ ਦੁਆਲੇ ਹੈਗੀ ਆ। ਇਹ ਸਾਰੀ ਫੈਟ ਜਿਹੜੀ ਹੈਗੀ ਆ ਇਹਨੂੰ ਅਸੀਂ ਵਿਸਰਲ ਫੈਟ ਕਹਿੰਦੇ ਹੈਗੇ ਆ ਔਰ ਇਹ ਜ਼ਿਆਦਾ ਨੁਕਸਾਨਦੇਹ ਹੁੰਦੀ ਹੈਗੀ ਆ। ਕੀ ਜਿਹੜੇ ਪਤਲੇ ਲੋਕ ਹੈਗੇ ਆ ਉਹ ਵੀ ਹੈਲਦੀ ਹੋ ਸਕਦੇ ਹੈਗੇ ਆ? ਹਾਂ, ਜਿੱਦਾਂ ਕਿ ਲਾਰਜ ਵੇਸਟ ਵਾਲੇ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੇ ਵਿਸਰਲ ਫੈਟ, ਜਿੱਦਾਂ ਸੂਮੋ ਰੈਸਲਰਸ ਦੀ ਮੈਂ ਗੱਲ ਕੀਤੀ ਆ ਕਿ ਉਹਨਾਂ 'ਚ ਵਿਸਰਲ ਫੈਟ ਘੱਟ ਹੁੰਦੀ ਆ, ਤੇ ਇਸੇ ਤਰ੍ਹਾਂ ਜਿਹੜੇ ਸਲਿਮ ਵੇਸਟ ਵਾਲੇ ਆ ਉਹ ਵੀ ਇਹ ਨਹੀਂ ਮਤਲਬ ਨਹੀਂ ਹੈ ਕਿ ਉਹ ਵੀ
ਮਤਲਬ ਉਹਨਾਂ ਦੇ ਵਿਸਰਲ ਫੈਟ ਨਹੀਂ ਹੈ। ਤੁਹਾਡੀ ਜਿਹੜੀ ਵਿਸਰਲ ਫੈਟ ਹੈਗੀ ਆ ਉਹ ਬਹੁਤ ਜ਼ਿਆਦਾ ਵੀ ਹੋ ਸਕਦੀ ਆ, ਤੇ ਤੁਹਾਡਾ ਵੇਸਟ ਸਾਈਜ਼ ਬਹੁਤ ਘੱਟ ਵੀ ਜਾਂ ਸੇਫ ਰੇਂਜ ਦੇ ਵਿੱਚ ਵੀ ਹੋ ਸਕਦਾ ਹੈਗਾ ਆ। ਡਾਕਟਰ ਜਿਹੜੇ ਆ ਉਹਨਾਂ ਨੇ ਇੱਕ ਟਰਮ ਇਜਾਦ ਕੀਤੀ ਹੈਗੀ ਆ ਕਿ ਥਿਨ ਆਊਟਸਾਈਡ ਤੇ ਫੈਟ ਇਨਸਾਈਡ, ਕਿ ਤੁਸੀਂ ਉਹ ਬਾਹਰੋਂ ਤਾਂ ਬਿਲਕੁਲ ਠੀਕ ਲੱਗ ਰਹੇ ਆ, ਪਰ ਤੁਹਾਡੇ ਅੰਦਰ ਜਿਹੜੀ ਫੈਟ ਹੈਗੀ ਆ ਉਹ ਜ਼ਿਆਦਾ ਹੈਗੀ ਆ। ਟੌਫੀ ਉਹਨੂੰ ਕਹਿੰਦੇ ਆ, ਟੌਫੀ, ਥਿਨ ਆਊਟਸਾਈਡ ਫੈਟ ਇਨਸਾਈਡ। ਮੈਟਾਬੋਲਿਕ ਸਿੰਡਰੋਮ ਕੀ ਹੈਗਾ ਆ? ਮੈਟਾਬੋਲਿਕ ਸਿੰਡਰੋਮ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਈ ਵਾਰੀ ਡਿਸਕਸ ਕਰ ਚੁੱਕੇ ਹੈਗੇ ਆ, ਜਿਹੜੀ ਤੁਹਾਡੀ ਸਾਈਜ਼ ਹੈਗਾ ਵੇਸਟ ਦਾ, ਅਗਰ ਉਹ ਜ਼ਿਆਦਾ ਹੈਗਾ ਆ, ਕਿਸ ਤਰ੍ਹਾਂ ਮੈਂ ਦੱਸਿਆ ਸੀ ਕਿ 35 ਜਿਹੜਾ ਹੈਗਾ ਆ ਉਹ ਲੇਡੀਜ਼ ਲਈ, ਤੇ 40 ਜਿਹੜਾ ਹੈਗਾ ਆ ਉਹ 40 ਇੰਚ ਆਦਮੀਆਂ ਦੇ ਲਈ। ਜੇ ਉਦੋਂ ਜ਼ਿਆਦਾ ਹੈਗਾ ਆ ਤੇ ਤੁਹਾਨੂੰ ਅਸੀਂ ਇੱਕ ਫੈਕਟਰ ਜਿਹੜਾ ਮੈਟਾਬੋਲਿਕ ਸਿੰਡਰੋਮ ਦਾ ਅਸੀਂ ਗਿਣ ਲੈਂਦੇ ਹੈਗੇ ਆ। ਪਰ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੁਬਾਰਾ ਦੱਸਿਆ ਹੈਗਾ ਕਿ ਏਸ਼ੀਅਨਸ ਦੇ ਵਿੱਚ ਲੇਡੀਜ਼ ਦੇ ਲਈ 31.5 ਤੇ ਆਦਮੀਆਂ ਦੇ ਲਈ 35, ਇਹ ਜਿਹੜਾ ਮਤਲਬ ਏਸ਼ੀਅਨਸ ਦੇ ਬਾਰੇ ਚ ਮੈਂ ਦੱਸਿਆ ਆ, ਉਹ ਸਾਡਾ ਮੈਟਾਬੋਲਿਕ ਸਿੰਡਰੋਮ ਦਾ ਇੱਕ ਮਤਲਬ ਫੈਕਟਰ ਬਣ ਜਾਂਦਾ ਹੈਗਾ ਆ। ਤੇ ਬਾਕੀ ਦੇ 4 ਕਿਹੜੇ ਹੈਗੇ ਆ ਮੈਟਾਬੋਲਿਕ ਸਿੰਡਰੋਮ ਦੇ ਵਿੱਚ ਆਉਂਦੇ ਆ? ਜੇ ਕਿਸੇ ਦਾ ਟ੍ਰਾਈਗਲਿਸਰਾਈਡ ਲੈਵਲ 150 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਜ਼ਿਆਦਾ ਹੈਗਾ ਆ, ਤੇ ਦੂਜਾ ਫੈਕਟਰ ਇਹ ਹੋ ਜਾਂਦਾ ਹੈ। ਤੀਜਾ ਫੈਕਟਰ ਜਿਹੜਾ ਹਾਈ ਡੈਂਸਿਟੀ ਲਿਪੋਪ੍ਰੋਟੀਨ ਕੋਲੇਸਟਰੋਲ ਹੈਗੀ ਆ, ਜਿਹੜੀ ਕਿ ਲੇਡੀਜ਼ ਦੇ ਵਿੱਚ 50 ਨਾਲੋਂ ਘੱਟ ਹੈ ਤੇ ਆਦਮੀਆਂ ਦੇ ਵਿੱਚ 40 ਨਾਲੋਂ ਘੱਟ ਹੁੰਦੀ ਆ, ਕਿਉਂਕਿ ਇਹ ਗੁੱਡ ਕੋਲੇਸਟਰੋਲ ਹੈਗੀ ਆ, ਇਹ ਸਾਨੂੰ ਜ਼ਿਆਦਾ ਚਾਹੀਦੀ ਹੁੰਦੀ ਆ। ਅਗਰ ਇਹ ਘੱਟ ਆ ਤਾਂ ਇਹ ਇੱਕ ਫੈਕਟਰ ਹੈਗਾ ਮੈਟਾਬੋਲਿਕ ਸਿੰਡਰੋਮ ਨੂੰ ਪੈਦਾ ਕਰਨ ਵਾਲਾ। ਤੇ ਫਿਰ ਬਲੱਡ ਪ੍ਰੈਸ਼ਰ ਅਗਰ ਜ਼ਿਆਦਾ ਹੈਗਾ 130-80 ਤੋਂ, ਤਾਂ ਉਹ ਵੀ ਇੱਕ ਫੈਕਟਰ ਹੈਗਾ ਆ। ਫਿਰ ਤੁਹਾਡੀ ਜਿਹੜੀ ਫਾਸਟਿੰਗ ਬਲੱਡ ਸ਼ੂਗਰ ਹੈਗੀ ਆ, ਜੇ ਉਹ 100 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਜ਼ਿਆਦਾ ਹੈਗੀ ਆ, ਉਹ ਵੀ ਇੱਕ ਫੈਕਟਰ ਹੈਗੀ ਆ ਕਿ ਤੁਹਾਡਾ ਮੈਟਾਬੋਲਿਕ ਸਿੰਡਰੋਮ ਦਾ। ਤੇ ਜੇ ਇਹਨਾਂ ਵਿੱਚੋਂ ਕੋਈ ਵੀ ਜੇ 3 ਤੁਹਾਡੇ ਵਿੱਚ ਪ੍ਰੈਜ਼ੈਂਟ ਹੈਗੇ ਆ, ਤਾਂ ਉਹ ਕਿਸੇ ਵੀ ਸੀਰੀਅਸ ਡਿਜ਼ੀਜ਼ ਨੂੰ ਮਤਲਬ ਅਫੈਕਟ ਕਰ ਸਕਦੇ ਹੈਗੇ ਆ। ਤੇ ਜਦੋਂ ਤੁਸੀਂ 3 ਜਾਂ ਜ਼ਿਆਦਾ ਫੈਕਟਰ ਤੁਹਾਡੇ ਵਿੱਚ ਟੁਗੇਦਰ ਹੁੰਦੇ ਹੈਗੇ ਆ, ਤਾਂ ਤੁਹਾਨੂੰ ਅਸੀਂ ਮੈਟਾਬੋਲਿਕ ਸਿੰਡਰੋਮ ਦਾ ਨਾਮ ਦੇ ਦਿੰਦੇ ਆ। ਮੈਟਾਬੋਲਿਕ ਸਿੰਡਰੋਮ ਨੂੰ ਅਸੀਂ ਪ੍ਰੀ ਡਾਇਬਟੀਜ਼ ਵੀ ਕਹਿ ਜਾਂਦੇ ਆ, ਜਾਂ ਡਾਇਬਟੀਜ਼ ਵਿਦਆਊਟ ਡਾਇਬੈਸਟੀ ਵਿਦਆਊਟ ਡਾਇਬਟੀਜ਼, ਉਹ ਵੀ ਕਹਿ ਦਿੰਦੇ ਹੈਗੇ ਆ। ਇਹ ਸਿਚੁਏਸ਼ਨ ਜਿਹੜੀ ਤੁਹਾਡੇ ਚਾਂਸਸ ਹਾਰਟ ਡਿਜ਼ੀਜ਼ ਦੇ, ਡਾਇਬਟੀਜ਼ ਦੇ, ਤੇ ਸਟ੍ਰੋਕ ਜਿਹੜਾ ਕਿ ਬ੍ਰੇਨ ਸਟ੍ਰੋਕ ਹੋ ਜਾਂਦਾ, ਉਹਦੇ ਲਈ ਬਹੁਤ ਸੰਭਾਵਿਤ ਹੁੰਦੇ ਆ। ਮੈਟਾਬੋਲਿਕ ਸਿੰਡਰੋਮ ਦੇ ਲਈ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਆ ਕਿ ਭਾਵੇਂ ਅਸੀਂ ਇਹਨੂੰ ਪ੍ਰੀ ਡਾਇਬਟੀਜ਼ ਕਹਿੰਦੇ ਆ, ਪਰ ਇਹਦੇ ਚਾਂਸਸ ਜਿਹੜੇ ਹੈਗੇ ਆ, ਉਹ ਅਗਰ ਕਿਸੇ ਨੂੰ ਇਹ ਮੈਟਾਬੋਲਿਕ ਸਿੰਡਰੋਮ ਦਾ ਹੈਗਾ ਆ, ਪ੍ਰੀ ਡਾਇਬਟੀਜ਼ ਹੈਗੀ ਆ, ਤਾਂ ਉਹਦੇ ਚਾਂਸਸ ਹਾਰਟ ਡਿਜ਼ੀਜ਼ ਹੋਣ ਦੇ 4 ਗੁਣਾ ਇੱਕ ਨਾਰਮਲ ਪਰਸਨ ਨਾਲੋਂ। ਇੱਕ ਨਾਰਮਲ ਪਰਸਨ ਜਿਹਨੂੰ ਸਿੰਡਰੋਮ ਨਹੀਂ ਹੈ, ਜਿਹਨੂੰ ਮੈਟਾਬੋਲਿਕ ਸਿੰਡਰੋਮ ਨਹੀਂ ਹੈ, ਉਹਦੇ ਨਾਲੋਂ 4 ਗੁਣਾ ਜ਼ਿਆਦਾ ਰਿਸਕ ਫੈਕਟਰ ਹੈਗੇ ਆ ਚਾਂਸਸ ਹੋਣ ਦੇ ਹਾਰਟ ਅਟੈਕ, ਜਿਹਨੂੰ ਇਹ ਮੈਟਾਬੋਲਿਕ ਸਿੰਡਰੋਮ ਆ। ਇਸ ਲਈ ਮੈਟਾਬੋਲਿਕ ਸਿੰਡਰੋਮ ਵੀ ਭਾਵੇਂ ਪ੍ਰੀ ਡਾਇਬਟੀਜ਼ ਦੀ ਕੰਡੀਸ਼ਨ ਹੈਗੀ ਆ, ਪਰ ਇਹਨੂੰ ਅਸੀਂ ਬਹੁਤ ਸੀਰੀਅਸਲੀ ਲੈਣਾ ਆ। ਇਸ ਲਈ ਜਿਹੜੀ ਵੇਸਟ ਹੈਗੀ ਆ, ਸਾਡੀ ਕਮਰ ਹੈਗੀ ਆ, ਉਹਦਾ ਜਿਹੜਾ ਹਿੱਸਾ ਹੈਗਾ ਆ, ਉਹ ਸਾਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਆ, ਕਿਉਂਕਿ ਹਾਰਟ ਡਿਜ਼ੀਜ਼ ਲਈ 4 ਗੁਣਾ ਜ਼ਿਆਦਾ ਸਾਡੇ ਚਾਂਸਸ ਹੈਗੇ ਆ ਇੱਕ ਨਾਰਮਲ ਪਰਸਨ ਨਾਲੋਂ। ਸੋ ਇਸ ਲਈ ਇਹਨੂੰ ਇੰਪੋਰਟੈਂਸ ਅਸੀਂ ਦਿੰਦੇ ਆ ਕਮਰ ਨੂੰ, ਤੇ ਇਸੇ ਲਈ ਅਸੀਂ ਕਹਿੰਦੇ ਆ ਕਿ ਬਾਕੀ ਤੁਹਾਨੂੰ ਫਿਰ ਦੂਜੇ ਟੈਸਟ ਕਰਾਉਣ ਦੀ ਵੀ ਲੋੜ ਨਹੀਂ ਹੈ, ਅਗਰ ਤੁਹਾਡੀ ਜਿਹੜੀ ਮਤਲਬ ਵੇਸਟ ਹੈਗੀ ਆ ਉਹ ਜ਼ਿਆਦਾ ਹੈਗੀ ਆ। ਕਿਉਂਕਿ ਜਿਹਦੀ ਵੇਸਟ ਕਮਰ ਜ਼ਿਆਦਾ ਹੈਗੀ ਆ, ਉਹਨੂੰ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਆ। ਇਨਸੂਲਿਨ ਰੈਜ਼ਿਸਟੈਂਸ ਜਿਹੜੀ ਹੈਗੀ ਆ, ਉਹ ਡਾਇਬਟੀਜ਼ ਦਾ ਵੀ ਬੇਸਿਕ ਰੂਟ ਕਾਜ਼ ਹੈ, ਹਾਰਟ ਡਿਜ਼ੀਜ਼ ਦਾ ਵੀ ਬੇਸਿਕ ਰੂਟ ਕਾਜ਼ ਹੈ, ਕੈਂਸਰ ਦਾ ਵੀ ਰੂਟ ਕਾਜ਼ ਹੈਗਾ ਆ, ਸਟ੍ਰੋਕ ਦਾ ਵੀ ਰੂਟ ਕਾਜ਼ ਹੈਗਾ ਆ, ਅਲਜ਼ਾਈਮਰ ਦਾ ਵੀ ਰੂਟ ਕਾਜ਼ ਹੈਗਾ ਆ, ਔਰ ਫੈਟੀ ਲਿਵਰ ਦਾ ਵੀ ਰੂਟ ਕਾਜ਼ ਹੈਗਾ ਆ,
ਹੋਰ ਵੀ ਜਿੰਨੀ ਕਿਡਨੀ ਫੇਲਿਅਰ ਹੈ ਜਾਂ ਨਰਵਸ ਪ੍ਰੋਬਲਮ ਹੈ, ਹੋਰ ਵੀ ਜਿੰਨੀਆਂ ਪ੍ਰੋਬਲਮਸ ਹੈਗੀਆਂ, ਸਭ ਦਾ ਜਿਹੜਾ ਰੂਟ ਕਾਜ਼ ਹੈ, ਬਲੱਡ ਪ੍ਰੈਸ਼ਰ ਦਾ ਵੀ ਰੂਟ ਕਾਜ਼ ਹੈ, ਉਹ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਉਹਨਾਂ ਦਾ ਸਭ ਦਾ ਰੂਟ ਕਾਜ਼ ਜਿਹੜਾ ਹੈਗਾ ਆ ਉਹ ਇਨਸੂਲਿਨ ਰੈਜ਼ਿਸਟੈਂਸ ਹੈਗਾ। ਔਰ ਜਿਹੜੀ ਸਾਡੀ ਵੇਸਟ ਹੈਗੀ ਆ ਉਹ ਉਹਦੀ ਪਹਿਲੀ ਇੰਡੀਕੇਸ਼ਨ ਹੈਗੀ ਆ, ਕਿਉਂਕਿ ਇਨਸੂਲਿਨ ਰੈਜ਼ਿਸਟੈਂਸ ਦੇ ਵਿੱਚ ਕੀ ਹੁੰਦਾ ਆ ਕਿ ਇਨਸੂਲਿਨ ਦਾ ਜਿਹੜਾ ਜ਼ਿਆਦਾ ਵਧਣਾ ਹੁੰਦਾ ਆ। ਔਰ ਇਨਸੂਲਿਨ ਹੀ ਇੱਕ ਐਸਾ ਹਾਰਮੋਨ ਸਾਡੀ ਬੋਡੀ ਦੇ ਵਿੱਚ ਹੈਗਾ ਆ ਜਿਹੜਾ ਕਿ ਸਾਡੀ ਫੈਟ ਨੂੰ ਸਟੋਰ ਕਰਦਾ ਹੈਗਾ ਆ। ਔਰ ਜਿਹੜਾ ਇਹ ਵੇਸਟ ਸਾਡੀ ਵੱਧਦੀ ਹੈਗੀ ਆ, ਫੈਟ ਵੱਧਦੀ ਹੈਗੀ ਆ, ਉਹ ਸਿਰਫ ਇਨਸੂਲਿਨ ਦੀ ਜ਼ਿਆਦਾ ਹੋਣ ਦੇ ਕਰਕੇ ਹੀ ਵੱਧਦੀ ਹੈਗੀ ਆ। ਇਸ ਕਰਕੇ ਜਿਹੜਾ ਬੇਸਿਕ ਰੂਟ ਕਾਜ਼ ਹੈਗਾ ਆ ਉਹ ਇਨਸੂਲਿਨ ਰੈਜ਼ਿਸਟੈਂਸ ਹੈਗਾ ਇਹਦੇ ਵਿੱਚ, ਔਰ ਉਹਨੂੰ ਅਸੀਂ ਠੀਕ ਕਰਨਾ ਆ। ਇਸੇ ਕਰਕੇ ਸਾਡੀ ਜਿਹੜੀ ਵੇਸਟ ਹੈਗੀ ਆ, ਜਿਹੜੀ ਸਾਡੀ ਕਮਰ ਹੈਗੀ ਆ, ਉਹਦੇ ਤੇ ਸਭ ਤੋਂ ਜ਼ਿਆਦਾ ਖਿਆਲ ਅਸੀਂ ਕਰਨਾ ਆ। ਕਿਉਂ? ਕਿਉਂਕਿ ਸਾਨੂੰ ਪਤਾ ਆ ਕਿ ਇਹ ਜਿਹੜਾ ਸਾਡਾ ਵੇਸਟ ਹੈਗਾ ਆ ਇਹ ਸਾਡੇ ਹਾਰਟ ਅਟੈਕ ਨੂੰ, ਸਾਡੇ ਹਾਰਟ ਦੀਆਂ ਬਿਮਾਰੀਆਂ ਨੂੰ, ਦੂਜੇ ਜਿਹਨੂੰ ਇਹ ਨਹੀਂ ਹੈ ਉਹਦੇ ਨਾਲੋਂ 4 ਗੁਣਾ ਜ਼ਿਆਦਾ ਰਿਸਕ ਦਿੰਦਾ ਹੈ, 4 ਗੁਣਾ ਜ਼ਿਆਦਾ ਹੁੰਦਾ ਹੈ। ਇਸ ਲਈ ਸਾਨੂੰ ਇਹਦੇ ਤੇ ਜ਼ੋਰ ਬਾਰ-ਬਾਰ ਦੇਣਾ ਪੈਂਦਾ ਹੈਗਾ। ਫੇਰ ਇੱਕ ਆਉਂਦੀ ਆ ਵੇਸਟ ਤੇ ਹਿਪ ਰੇਸ਼ੋ। ਵੇਸਟ ਹਿਪ ਰੇਸ਼ੋ ਦਾ ਕੀ ਮਤਲਬ ਹੈ? ਇਸ ਤਰ੍ਹਾਂ ਹੈ, ਆ ਸਾਡੀ ਜਿਹੜੀ ਆ ਹਿਪ ਹੈ, ਜਿਹੜੀ ਹੈ ਇਹ ਹੱਡੀਆਂ ਦੇ ਦੋਨੋਂ ਹੀ ਪਾਸੇ ਅਸੀਂ ਮੇਜਰ ਕਰਦੇ ਆ, ਆ ਸਾਡੀ ਵੇਸਟ ਹੈਗੀ ਆ। ਇਹਦੀ ਰੇਸ਼ੋ ਜਿਹੜੀ ਹੈਗੀ ਆ, ਹਿਪ ਔਰ ਵੇਸਟ ਦੀ ਰੇਸ਼ੋ ਹੈਗੀ ਆ, ਉਹਨੂੰ ਅਸੀਂ ਮੇਜਰ ਕਰਦੇ ਹੈਗੇ ਆ ਤੇ ਉਹਦੇ ਨਾਲ ਸਾਨੂੰ ਮਿਲ ਜਾਂਦਾ ਹੈਗਾ ਕਿ ਵੇਸਟ ਹਿਪ ਰੇਸ਼ੋ ਕੀ ਹੈਗੀ ਆ। ਸੋ ਇਹ ਵੀ ਇੱਕ ਹੈਲਥ ਚੈੱਕ ਦਾ ਮੇਜਰ ਹੈਗਾ ਆ। ਜੇਕਰ ਤੁਸੀਂ ਡਿਸਟੈਂਸ ਜਿਹੜਾ ਹੈਗਾ ਵੇਸਟ ਦਾ, ਉਹਨੂੰ ਡਿਸਟੈਂਸ ਅਰਾਊਂਡ ਦਾ ਹਿਪਸ ਦੇ ਨਾਲ ਤਕਸੀਮ ਕਰੋ ਤਾਂ ਜਿਹੜੀ ਕਿ 0.85 ਜਿਹੜੀ ਵੂਮਨ ਦੇ ਵਿੱਚ ਤੇ 0.95 ਮੈਨ ਦੇ ਵਿੱਚ ਹੁੰਦੀ ਆ। ਜੇ ਇਹ ਤੋਂ ਜ਼ਿਆਦਾ ਹੈਗੀ ਆ ਤਾਂ ਫਿਰ ਉਹ ਰਿਸਕ ਫੈਕਟਰ ਹੋ ਜਾਂਦਾ ਹੈਗਾ। ਕਈ ਡਾਕਟਰ ਤਾਂ ਪ੍ਰੈਫਰ ਕਰਦੇ ਆ ਕਿ ਵੇਸਟ ਟੂ ਹਿਪ ਰੇਸ਼ੋ ਜਿਹੜੀ ਆ ਸਿੰਪਲ ਵੇਸਟ ਦੇ ਮੇਜਰਮੈਂਟ ਨਾਲੋਂ, ਪਰ ਸਟੱਡੀਜ਼ ਸੁਜੈਸਟ ਕਰਦੀਆਂ ਹੈਗੀਆਂ ਕਿ ਜਿਹੜੀਆਂ ਟੂ ਅਪਰੋਚਸ ਆ ਇਕੁਅਲੀ ਗੁੱਡ, ਜਿਹੜੀਆਂ ਵੇਸਟ ਹਿਪ ਰੇਸ਼ੋ ਆ ਤੇ ਵੇਸਟ ਦੀ ਇਕੱਲੀ ਮੇਜਰਮੈਂਟ ਹੈਗੀ ਆ, ਇਹ ਹੈਲਥ ਪ੍ਰੋਬਲਮਸ ਪ੍ਰੈਡਿਕਟ ਕਰਨ ਲਈ ਇਕੁਅਲੀ ਗੁੱਡ ਹੈਗੀਆਂ ਦੋਨੋਂ ਹੀ। What is BMI? BMI ਹੁੰਦੀ ਬੋਡੀ ਮਾਸ ਇੰਡੈਕਸ। ਬੋਡੀ ਮਾਸ ਇੰਡੈਕਸ ਜਿਹੜਾ ਹੈਗਾ ਆ ਇਹ ਵੀ ਇੱਕ ਮੇਜਰ ਹੈਗਾ ਵਿਸਰਲ ਫੈਟ ਨੂੰ ਮੇਜਰ ਕਰਨ ਦਾ, ਤੇ ਜਿਹੜੀ ਕਿ ਸਾਡੇ ਮਿਡਲ ਦੇ ਵਿੱਚ ਪੇਟ ਦੇ ਵਿੱਚ ਜਮਾ ਹੋ ਜਾਂਦੀ ਫੈਟ। ਕਈ ਆਨਲਾਈਨ ਟੂਲਸ ਹੈਗੇ ਆ ਜਿਹੜੇ ਕਿ ਇਹਨੂੰ ਕੈਲਕੂਲੇਟ ਕਰਦੇ ਆ ਤੇ ਸਾਡੀ ਹਾਈਟ ਤੇ weight ਦੇ ਨਾਲ ਇਹ ਡਿਪੈਂਡੈਂਟ ਹੁੰਦਾ ਹੈਗਾ ਆ ਕਿ ਜੇ ਅਸੀਂ weight ਕਈ kgs ਦੇ ਵਿੱਚ ਲੈਨੇ ਹੈਗੇ ਆ ਤੇ ਜਿਹੜੀ ਹਾਈਟ ਹੈਗੀ ਆ ਉਹ ਅਸੀਂ ਇੰਚਸ ਦੇ ਵਿੱਚ ਲੈਨੇ ਹੈਗੇ ਆ, ਤਾਂ weight over height square ਕਰਕੇ ਅਸੀਂ ਇਹ BMI ਕੱਢ ਲੈਨੇ ਆ। ਔਰ ਸਾਡੇ ਕਈ ਤਰ੍ਹਾਂ ਦੇ ਸਾਡੇ ਮਤਲਬ ਟੂਲਸ ਵੀ ਹੈਗੇ ਆ ਜਿਹੜੇ ਕਿ ਆਲਰੇਡੀ ਕੱਢੇ ਹੋਏ ਹੁੰਦੇ ਹੈਗੇ ਆ ਕਿ ਕਿੰਨੀ weight ਤੇ ਕਿੰਨੇ ਹਾਈਟ ਦੇ ਨਾਲ ਇਹ ਨਿਕਲ ਜਾਂਦੇ ਹੈਗੇ ਆ। ਨਾਰਮਲ ਰੇਂਜ ਜਿਹੜਾ ਹੈਗਾ ਆ ਉਹ 18.5 ਤੋਂ ਸ਼ੁਰੂ ਹੁੰਦਾ ਆ, ਜਿਹੜੇ ਪਤਲੇ ਲੋਕ ਹੈਗੇ ਆ, ਤੇ 24.5 ਤੱਕ ਨਾਰਮਲ ਹੁੰਦਾ ਹੈਗਾ ਆ। 18.5 ਤੋਂ 24.5 ਤੱਕ ਨਾਰਮਲ ਹੈ। ਤੇ ਇਹ ਤੁਹਾਡਾ ਜਿਹੜੇ ਏਸ਼ੀਅਨਸ ਹੈਗੇ ਆ, ਇੱਥੇ ਵੀ ਏਸ਼ੀਅਨ ਅਮਰੀਕਨ ਹੈਗੇ ਆ ਜਾਂ ਏਸ਼ੀਅਨਸ ਹੈਗੇ ਆ, ਉਹ ਵੀ ਡਾਕਟਰ ਨੂੰ ਆਪਣੇ ਤੋਂ ਸਲਾਹ ਲੈ ਲੈਣ ਤੇ ਜੇ ਉਹਨਾਂ ਦਾ BMI 23 ਤੋਂ ਜ਼ਿਆਦਾ ਆ, ਕਿਉਂਕਿ 24.5 ਤਾਂ ਮੈਕਸਿਮਮ ਦੱਸਿਆ ਯੂਰਪੀਅਨਸ ਦੇ ਲਈ, ਪਰ ਜਿਹੜਾ BMI ਸਾਡੇ ਏਸ਼ੀਅਨਸ ਦੇ ਲਈ ਹੈਗਾ ਆ, ਇੰਡੀਅਨਸ ਦੇ ਲਈ ਹੈਗਾ ਆ, ਉਹ ਸਿਰਫ 23 ਹੈ। ਜੇ 23 ਤੋਂ ਜ਼ਿਆਦਾ ਹੈਗਾ ਆ ਤੇ ਉਹ ਵੀ ਇੱਕ ਤਰ੍ਹਾਂ ਦਾ ਮਤਲਬ ਹੈਲਥ ਰਿਸਕ ਹੈਗਾ ਆ, ਕਿਉਂਕਿ ਜਿਹੜੇ ਏਸ਼ੀਅਨਸ ਹੈਗਾ ਆ ਉਹਨਾਂ ਦੇ 23 ਦੇ ਵਿੱਚ ਹੀ ਬਹੁਤ ਜ਼ਿਆਦਾ ਵਿਸਰਲ ਫੈਟ ਹੋ ਜਾਂਦੀ ਹੈਗੀ ਆ, ਇਸ 23 ਰੇਂਜ ਦੇ ਵਿੱਚ ਹੀ। ਸੋ ਇਸ ਕਰਕੇ ਜਿਹੜਾ 23 ਹੈਗਾ ਆ, ਜਿਹੜਾ 23 ਤੋਂ ਜ਼ਿਆਦਾ ਹੈਗੇ ਆ, ਉਹਨਾਂ ਨੂੰ ਅਸੀਂ ਜ਼ਿਆਦਾ ਮੰਨ ਲੈਂਦੇ ਹੈਗੇ ਆ ਕਿ ਉਹਨਾਂ ਦੀ ਵਿਸਰਲ ਫੈਟ ਜਿਹੜੀ ਆ
ਉਹ ਜ਼ਿਆਦਾ ਹੈਗੀ ਆ। ਸੋ ਇਸ ਲਈ ਜੇ ਸਾਡਾ ਵੇਸਟ ਹੈ ਵੀ ਇੰਡੀਅਨਸ ਲਈ ਔਰ ਏਸ਼ੀਅਨਸ ਲਈ ਘੱਟ ਦੱਸਿਆ ਗਿਆ ਆ, ਔਰ ਜਿਹੜੀ ਸਾਡੀ BMI ਆ ਉਹ ਵੀ ਏਸ਼ੀਅਨਸ ਔਰ ਇੰਡੀਅਨਸ ਲਈ ਘੱਟ ਦੱਸੀ ਗਈ ਹੈਗੀ ਆ। ਉਹਦੇ ਤੇ ਸਾਨੂੰ ਜ਼ਿਆਦਾ ਖਿਆਲ ਕਰਨਾ ਜ਼ਰੂਰੀ ਹੈਗਾ ਆ। ਇਹ ਕਿਸ ਤਰ੍ਹਾਂ ਹੈ ਇਹ ਮੈਂ ਤੁਹਾਨੂੰ ਇਹ ਦੱਸ ਦਿੰਦਾ ਆ ਕਿ ਜਿਹੜਾ 18.5 ਤੋਂ ਥੱਲੇ ਹੈਗੇ ਆ ਉਹਨਾਂ ਨੂੰ ਅਸੀਂ ਅੰਡਰਵੇਟ ਕਹਿੰਦੇ ਆ, ਲੇਡੀਜ਼ ਹੈਗੀਆਂ, ਇਹ ਜੈਂਟਸ ਹੈਗੇ ਆ। ਫਿਰ ਨਾਰਮਲ ਹੈਗੇ ਆ 18.5 ਤੋਂ 24.5 ਤੱਕ, ਜਿਹੜਾ ਮੈਂ ਦੱਸਿਆ ਇਹ ਲੇਡੀਜ਼ ਦਾ ਆ, ਇਹ ਜੈਂਟਸ ਦਾ ਹੈਗਾ ਆ। ਫਿਰ ਜੇ 25 ਤੋਂ 29.9 ਹੈਗਾ ਆ, ਜਾਨੀ ਮਤਲਬ ਓਵਰਵੇਟ ਹੁੰਦਾ ਆ, ਇਹ BMI ਓਵਰਵੇਟ ਹੋ ਜਾਂਦਾ ਲੇਡੀਜ਼ ਲਈ ਤੇ ਜੈਂਟਸ ਦੇ ਲਈ। ਫਿਰ ਓਬੀਜ਼ ਜੇ 30 ਤੋਂ ਜ਼ਿਆਦਾ ਹੈਗੀ BMI ਤੇ ਅਸੀਂ ਉਹਨੂੰ ਓਬੀਜ਼ ਕਹਿੰਦੇ ਲੇਡੀਜ਼ ਲਈ ਤੇ ਜੈਂਟਸ ਦੇ ਲਈ ਇੱਕੋ ਜਿਹਾ ਹੀ। ਸੋ ਇਸ ਕਰਕੇ ਇਹ ਜਿਹੜੇ BMI ਹੈ ਇਹਦੇ ਨਾਲ ਵੀ ਸਾਨੂੰ ਸਾਡੀ ਓਬੈਸਿਟੀ ਦਾ ਪਤਾ ਲੱਗ ਜਾਂਦਾ ਹੈਗਾ ਆ, ਔਰ ਇਹ ਇੱਕ ਬਹੁਤ ਵਧੀਆ ਮੇਜਰ ਹੈਗਾ ਜਿਹਦੇ ਨਾਲ ਸਾਨੂੰ ਇਹ ਸਾਰਾ ਕੁਝ ਪਤਾ ਲੱਗ ਜਾਂਦਾ ਹੈਗਾ। ਜਿਹੜੀ ਮੇਜਰਮੈਂਟ ਆ ਇਹ ਕਿਸ ਤਰ੍ਹਾਂ ਕਰਨੀ ਹੈਗੀ ਆ, ਇਹ ਵੀ ਬਹੁਤ ਇੰਪੋਰਟੈਂਟ ਹੈਗੀ ਆ। ਐਕੂਰੇਸੀ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਪਹਿਲਾਂ ਤਾਂ ਤੁਸੀਂ ਜਦੋਂ ਇਹ ਮੇਜਰ ਕਰਨਾ ਹੈ ਤੁਹਾਨੂੰ ਖੜੇ ਹੋਣਾ ਪੈਣਾ ਹੈਗਾ ਤੇ ਇੱਕ ਮੇਜਰਿੰਗ ਟੇਪ ਲੈਣੀ ਪੈਣੀ ਹੈਗੀ ਆ। ਇਹ ਸ਼ੋਰ ਕਰਨਾ ਪੈਣਾ ਕਿ ਜਿਹੜੀ ਟੇਪ ਹੈਗੀ ਆ ਉਹ ਸਟ੍ਰੇਟ ਤੁਹਾਡੇ ਮਤਲਬ ਬੈਲੀ ਦੇ ਆਲੇ ਦੁਆਲੇ ਹੋਣੀ ਚਾਹੀਦੀ ਆ ਜਦੋਂ ਤੁਸੀਂ ਵੇਸਟ ਦੇ ਕਮਰ ਦੇ ਦੁਆਲੇ ਉਹਨੂੰ ਲਗਾਉਣੇ ਹੈਗੇ ਆ। ਤੇ ਹਿਪ ਬੋਨਸ ਤੋਂ ਉੱਪਰ ਹੋਣੀ ਚਾਹੀਦੀ ਆ ਤੁਹਾਡੇ ਬੈਲੀ ਬਟਨ ਦੇ ਕਰੀਬ, ਜਾਂ ਜਿਹਦੀ ਧੁੰਨੀ ਕਹਿ ਦਿੰਦੇ ਆ ਜਿਹਨੂੰ ਅਸੀਂ, ਉਹਦੇ ਨਾਲ। ਤੇ ਤੁਸੀਂ ਗੱਟ ਨੂੰ ਅੰਦਰ ਨਹੀਂ ਖਿੱਚਣਾ, ਜਾਂ ਮਤਲਬ ਸਾਹ ਨੂੰ ਅੰਦਰ ਨਹੀਂ ਖਿੱਚਣਾ ਤਾਂ ਕਿ ਜਿਹੜੀ ਤੁਹਾਡਾ ਪੇਟ ਹੈਗਾ ਅੰਦਰ ਚਲ ਜਾਏ ਤੇ ਤੁਹਾਨੂੰ ਸ਼ੋ ਕਰੇ ਕਿ ਤੁਹਾਡੀ ਜਿਹੜੀ ਵੇਸਟ ਹੈਗੀ ਉਹ ਘੱਟ ਹੈਗੀ ਆ। ਤੁਹਾਨੂੰ ਆਰਾਮ ਦੇ ਨਾਲ ਰਿਲੈਕਸ ਮੂਡ ਦੇ ਵਿੱਚ ਰਹਿਣਾ ਚਾਹੀਦਾ ਹੈਗਾ। ਪਹਿਲਾਂ ਤੁਹਾਨੂੰ ਬਰੀਦ ਇਨ ਕਰਨਾ ਹੈਗਾ ਆ, ਜਦੋਂ ਤੁਸੀਂ ਬਰੀਦ ਆਊਟ ਕਰਦੇ ਹੈਗੇ ਆ ਤੇ ਬਰੀਦ ਆਊਟ ਕਰਕੇ ਜਦੋਂ ਸਾਹ ਕੱਢ ਦਿੱਤਾ ਸਾਰਾ, ਤੇ ਉਸ ਵੇਲੇ ਤੁਹਾਨੂੰ ਇਹ ਮੇਜਰਮੈਂਟ ਲੈਣੀ ਚਾਹੀਦੀ ਆ। ਉਦੋਂ ਨਹੀਂ ਜਦੋਂ ਤੁਸੀਂ ਬਰੀਦ ਇਨ ਕਰਦੇ ਆ, ਸਾਹ ਲੈ ਕੇ ਨਹੀਂ ਕਰਨੀ, ਬਰੀਦ ਆਊਟ ਕਰਕੇ ਲੈਣੀ ਹੈਗੀ ਆ। ਇਸ ਕਰਕੇ ਇਹ ਮੇਜਰਮੈਂਟ ਜਿਹੜੀ ਹੈਗੀ ਆ ਇਹ ਬਹੁਤ ਜ਼ਰੂਰੀ ਹੈਗੀ ਆ। ਤੁਹਾਡੀ ਬੋਡੀ ਜਿਹੜੀ ਆ ਉਹ ਐਪਲ ਟਾਈਪ ਹੈਗੀ ਆ ਜਾਂ ਪੀਅਰ ਟਾਈਪ ਹੈਗੀ ਆ, ਇਹ ਵੀ ਬਹੁਤ ਇੰਪੋਰਟੈਂਟ ਹੈਗੀ ਆ। ਐਪਲ ਸ਼ੇਪਡ ਬੋਡੀ ਜਿਹੜੀ ਆ ਜ਼ਿਆਦਾ ਕਾਮਨ ਹੁੰਦੀ ਆ ਆਦਮੀਆਂ ਦੇ ਵਿੱਚ, ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਫੈਟ ਹੈਗੀ ਆ ਉਹ ਜ਼ਿਆਦਾ ਸਟਮਕ ਦੇ ਦੁਆਲੇ ਮਤਲਬ ਸਟੋਰ ਹੁੰਦੀ ਹੈਗੀ ਆ, ਤੇ ਜਿਹੜੀ ਬੋਡੀ ਥੱਲੇ ਵਾਲੀ ਬੋਡੀ ਆ ਉਹ ਥੋੜੀ ਪਤਲੀ ਹੁੰਦੀ ਹੈਗੀ ਆ। ਤੇ ਇਹਦਾ ਮਤਲਬ ਇਹ ਆ ਕਿ ਵਿਸਰਲ ਫੈਟ ਜਿਹੜੀ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਆ, ਔਰ ਉਹ ਵਿਸਰਲ ਫੈਟ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਕਰਦੀ ਹੈਗੀ ਆ। ਤੇ ਜਿਹੜੀ ਪੀਅਰ ਸ਼ੇਪਡ ਹੈਗੀ ਆ ਉਹਦਾ ਮਤਲਬ ਹੈਗਾ ਆ ਕਿ ਉੱਪਰੋਂ ਬਹੁਤ ਘੱਟ ਹੁੰਦੀ ਆ, ਤੇ ਜਦੋਂ ਹਿਪ ਔਰ ਥਾਈ ਏਰੀਆ ਹੈਗਾ ਉਹਦੇ ਵਿੱਚ ਜ਼ਿਆਦਾ ਹੁੰਦੀ ਆ। ਉਹ ਮੈਂ ਤੁਹਾਨੂੰ ਫੋਟੋ ਦੇ ਵਿੱਚ ਦਿਖਾ ਦਿੰਨਾ। ਆ ਹੈ ਐਪਲ ਟਾਈਪ ਆਦਮੀਆਂ ਦੇ ਵਿੱਚ, ਕਿਉਂਕਿ ਉੱਪਰੋਂ ਜ਼ਿਆਦਾ ਹੈਗਾ ਉਹ ਸਾਰਾ ਫੈਟ ਜਿਹੜਾ ਪੇਟ ਦੇ ਆਲੇ ਦੁਆਲੇ ਹੈਗਾ ਆ, ਔਰ ਨੀਚੇ ਜਿਹੜਾ ਹੈਗਾ ਆ ਉਹ ਘੱਟ ਹੈਗਾ ਆ। ਔਰ ਆ ਲੇਡੀਜ਼ ਦੇ ਵਿੱਚ ਹੈਗਾ ਕਿ ਇਹਨਾਂ ਦੀ ਜਿਹੜੀ ਸਾਰੀ ਫੈਟ ਹੈਗੀ ਆ ਉਹ ਥਾਈਜ਼ ਦੇ ਦੁਆਲੇ ਔਰ ਲੋਅਰ ਐਬਡੋਮਨ ਦੇ ਵਿੱਚ, ਔਰ ਇੱਥੇ ਜ਼ਿਆਦਾ ਹੈਗੀ ਆ, ਉੱਪਰ ਬਹੁਤ ਘੱਟ ਹੈਗੀ ਆ। ਸੋ ਇਹ ਪੀਅਰ ਸ਼ੇਪਡ ਹੈਗੀ ਆ, ਔਰ ਇਹ ਐਪਲ ਸ਼ੇਪਡ ਹੈਗਾ ਆ। ਸੋ ਇਸ ਲਈ ਇਹਦੇ ਲਈ ਜਿਹੜੀ ਲੇਡੀਜ਼ ਦੇ ਵਿੱਚ ਜਿਹੜੀ ਪੀਅਰ ਸ਼ੇਪਡ ਹੈਗੀ ਆ ਉਹ ਉਹਨਾਂ ਨੂੰ ਜ਼ਿਆਦਾ ਮਤਲਬ ਇੱਕ ਤਰ੍ਹਾਂ ਦੀ ਰੈਜ਼ਿਸਟੈਂਸ ਦਿੰਦੀ ਆ ਕਿ ਉਹ ਹਾਰਟ ਅਟੈਕ ਵਗੈਰਾ ਉਹਨਾਂ ਨੂੰ ਘੱਟ ਹੁੰਦਾ ਆ ਇਸ ਸਟੇਜ ਦੇ ਵਿੱਚ, ਤਾਂ ਕਿ ਜਿਹੜੀ ਉਹਨਾਂ ਦੀ ਵਿਸਰਲ ਫੈਟ ਹੈਗੀ ਆ ਉਹ ਘੱਟ ਹੁੰਦੀ ਹੈਗੀ ਆ ਬਨਿਸਬਤ ਕੇ ਆਦਮੀਆਂ ਨਾਲੋਂ। ਸੋ ਇਸ ਕਰਕੇ ਵਿਸਰਲ ਫੈਟ ਜਿਹੜੀ ਲੇਡੀਜ਼ ਦੇ ਵਿੱਚ ਹੈ ਉਹ ਜ਼ਿਆਦਾ ਥਾਈਜ਼ ਦੇ ਵਿੱਚ ਔਰ ਲੋਅਰ ਬੈਕ ਜਾਂ ਬਟਕਸ ਦੇ ਵਿੱਚ ਜ਼ਿਆਦਾ ਹੁੰਦੀ ਹੈਗੀ ਆ। ਜਿਹੜੇ ਖਾਣੇ ਵੇਸਟ ਦੇ ਲਈ ਜ਼ਿਆਦਾ ਨੁਕਸਾਨਦੇਹ ਹੈਗੇ ਆ ਉਹ
ਸ਼ੂਗਰ ਵਾਲੇ ਜ਼ਿਆਦਾ ਖਾਣੇ ਜਿਹੜੇ ਹੈਗੇ ਆ ਉਹ, ਕਿਉਂਕਿ ਸ਼ੂਗਰ ਹੀ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਕਿ ਤੁਹਾਡੇ ਫੈਟ ਨੂੰ ਜ਼ਿਆਦਾ ਬੜਾਵਾ ਦਿੰਦੀ ਹੈਗੀ ਆ। ਕਾਮਨ ਫੂਡਸ ਜਿਹੜੇ ਡਾਈਟ ਦੇ ਵਿੱਚ ਹੈਗੇ ਆ ਉਹ ਵੀ ਐਡਡ ਸ਼ੂਗਰ ਜਿਹੜੀ ਤੁਸੀਂ ਇਨਕਲੂਡ ਕਰਦੇ ਆ, ਜਿੱਦਾਂ ਕਿ ਬੇਕਡ ਗੁੱਡਸ ਹੈਗੇ ਆ, ਜਿੰਨੇ ਵੀ ਬੇਕਰੀ ਦਾ ਸਮਾਨ ਹੈਗਾ ਆ, ਪੇਸਟਰੀਜ਼ ਹੈਗੀਆਂ, ਮਫਿਨਸ ਹੈਗੇ ਆ, ਫਲੇਵਰਡ ਯੋਗਰਟਸ ਹੈਗੀਆਂ, ਬ੍ਰੇਕਫਾਸਟ ਸੀਰੀਅਲ ਤੁਸੀਂ ਸਵੇਰ ਨੂੰ ਲੈਂਦੇ ਆ, ਉਹ ਸਾਰੇ ਜਿਹੜੇ ਹੈਗੇ ਆ ਜ਼ਿਆਦਾ ਵੇਸਟ ਨੂੰ ਵਧਾਉਂਦੇ ਹੈਗੇ ਆ। ਗ੍ਰੈਨੋਲਾ ਐਂਡ ਪ੍ਰੋਟੀਨ ਬਾਰਸ ਜਿਹੜੀਆਂ ਹੈਗੀਆਂ ਫੁੱਲ ਆਫ ਕੈਲੋਰੀਜ਼ ਹੁੰਦੀਆਂ ਆ, ਤੇ ਪ੍ਰੀ ਪੈਕੇਜਡ ਫੂਡਸ ਜਿੰਨੇ ਹੈਗੇ ਆ, ਜਾਂ ਸ਼ੂਗਰ ਸਵੀਟਨਡ ਬੈਵਰੇजेस ਹੈਗੀਆਂ, ਜਿੰਨੇ ਕੋਲਾਸ ਹੈਗੇ ਆ, ਜਿੰਨੇ ਵੀ ਆ ਕੋਕਾ ਕੋਲਾ, ਪੈਪਸੀ ਕੋਲਾ, ਥਮਸ ਅਪ ਔਰ ਕੈਂਪਾ ਕੋਲਾ, ਇਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਜ਼ਿਆਦਾ ਮਿੱਠਾ ਹੋ ਜਾਂਦਾ ਹੈਗਾ, ਸਵੀਟ ਹੁੰਦੇ ਆ ਇਹ, ਤੇ ਹੋਰ ਵੀ ਜਿਹੜੇ ਪ੍ਰੋਸੈਸਡ ਫੂਡ ਹੈਗੇ ਆ ਉਹਨਾਂ ਦੇ ਵਿੱਚ ਵੀ ਜ਼ਿਆਦਾ ਸ਼ੂਗਰ ਜਿਹੜੀ ਹੈਗੀ ਆ ਉਹ ਤੁਹਾਨੂੰ ਵੇਸਟ ਨੂੰ ਬਹੁਤ ਜ਼ਿਆਦਾ ਵਧਾ ਦਿੰਦੀ ਹੈਗੀ ਆ। ਸੋ ਉਹਨਾਂ ਦਾ ਅਵੋਇਡ ਕਰਨਾ ਜ਼ਰੂਰੀ ਹੈਗਾ ਆ। ਐਕਸਰਸਾਈਜ਼ ਜਿਹੜੀ ਆ, ਜੇ ਤੁਸੀਂ ਕਰਦੇ ਹੋ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਵਿਸਰਲ ਫੈਟ ਹੈਗੀ ਆ ਉਹ ਘਟ ਜਾਂਦੀ ਆ, ਬਰਨ ਹੋ ਜਾਂਦੀ ਆ, ਤੇ ਤੁਹਾਡੇ ਮਸਲ ਜਿਹੜੇ ਹੈਗੇ ਆ ਉਹ ਵੱਧ ਜਾਂਦੇ ਹੈਗੇ ਆ। ਤੇ ਤੁਸੀਂ ਬ੍ਰਿਸਕ ਵਾਕ ਵੀ ਕਰ ਸਕਦੇ ਆ, ਤੇ ਬਾਈਕ ਰਾਈਡ ਵੀ ਕਰ ਸਕਦੇ ਹੈਗੇ ਆ। 30 ਮਿੰਟ ਜਿਹੜੀ ਤੁਹਾਡੀ ਫਿਜ਼ੀਕਲ ਐਕਟੀਵਿਟੀ ਡੇਲੀ ਹੈਗੀ ਆ, ਉਹ ਵੀਕ ਦੇ ਵਿੱਚ ਮਤਲਬ ਡੇਲੀ ਅਗਰ ਤੁਸੀਂ ਕਰਦੇ ਆ ਤਾਂ ਉਹ ਇੱਕ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈਗੀ ਆ। ਜੋ ਕਈ ਤਰ੍ਹਾਂ ਦੀਆਂ ਐਕਸਰਸਾਈਜ਼ਸ ਹੈਗੀਆਂ, ਜਿਹੜੀਆਂ ਮਸਲ ਬਿਲਡਿੰਗ ਐਕਸਰਸਾਈਜ਼ਸ, ਤੁਹਾਡੀਆਂ ਸਟਰੈਂਥਨਿੰਗ ਐਕਸਰਸਾਈਜ਼ਸ ਹੈਗੀਆਂ, ਉਹ ਤੁਸੀਂ ਵੇਟਸ ਦੇ ਨਾਲ ਚੱਕ ਕੇ ਵੀ ਕਰ ਸਕਦੇ ਹੈਗੇ ਆ। ਫਿਰ ਤੁਸੀਂ ਪੁਸ਼ ਅਪਸ ਕਰ ਸਕਦੇ ਹੈਗੇ ਆ, ਫਿਰ ਤੁਸੀਂ ਸਿਟ ਅਪਸ ਕਰ ਸਕਦੇ ਹੈਗੇ ਆ, ਯੋਗਾ ਕਰ ਸਕਦੇ ਹੈਗੇ ਆ। ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਤੁਹਾਡੇ ਮਸਲਸ ਵੀ ਬਣ ਜਾਂਦੇ ਆ, ਉਹ ਮਸਲ ਪਾਵਰ ਵੀ ਜ਼ਿਆਦਾ ਹੋ ਜਾਂਦੀ ਆ, ਤੇ ਫੈਟ ਬਰਨਿੰਗ ਵੀ ਰੈਸਟ ਦੇ ਵਿੱਚ ਹੁੰਦੀ ਆ। ਇੱਕ ਚੀਜ਼ ਇਹ ਆ ਕਿ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਆ, ਜੇ ਤੁਹਾਡੇ ਮਸਲਸ ਨੂੰ ਤੁਸੀਂ ਮੂਵ ਕਰਦੇ ਆ ਤਾਂ ਉਹ ਫੈਟ ਬਰਨਿੰਗ ਜਿਹੜੀ ਹੈਗੀ ਆ ਉਹ ਫਿਰ 24 ਘੰਟੇ, ਅਗਲੇ 24 ਘੰਟੇ ਤੱਕ ਤੁਹਾਡੀ ਫੈਟ ਬਰਨਿੰਗ ਹੁੰਦੀ ਰਹਿੰਦੀ ਹੈਗੀ ਆ। ਇਹ ਤੁਸੀਂ ਆਪਣੇ ਡਾਕਟਰ ਨਾਲ ਪਹਿਲਾਂ ਤੁਸੀਂ ਕੰਸਲਟ ਕਰ ਸਕਦੇ ਹੈਗੇ ਆ ਕਿ ਕਿੰਨੀ ਕੁ ਐਕਟਿਵ ਤੁਸੀਂ ਐਕਸਰਸਾਈਜ਼ਸ ਕਰਨੀ ਹੈਗੀਆਂ, ਤੁਹਾਡੀ ਏਜ ਦੇ ਮੁਤਾਬਕ ਔਰ ਤੁਹਾਡੀ ਹੈਲਥ ਕੰਡੀਸ਼ਨ ਦੇ ਮੁਤਾਬਕ ਡਾਕਟਰ ਤੁਹਾਡਾ ਡਿਸਾਈਡ ਕਰ ਦਿੰਦਾ ਹੈ ਕਿ ਤੁਸੀਂ ਕਿੰਨੀ ਤਾਕਤ ਦੇ ਨਾਲ ਆਪਣੀ ਐਕਸਰਸਾਈਜ਼ ਕਰ ਸਕਦੇ ਹੈਗੇ ਆ। ਤੁਹਾਡੀਆਂ ਈਟਿੰਗ ਹੈਬਿਟਸ ਜਿਹੜੀਆਂ ਹੈਗੀਆਂ ਆ, ਜੇ ਜ਼ਿਆਦਾ ਕੈਲਸ਼ੀਅਮ ਤੁਸੀਂ ਲੈਂਦੇ ਆ, ਜਿਹੜੀਆਂ ਲੇਡੀਜ਼ ਜ਼ਿਆਦਾ ਲੈਂਦੀਆਂ ਉਹ ਵਿਸਰਲ ਫੈਟ ਨੂੰ ਅਵੋਇਡ ਕਰ ਸਕਦੀਆਂ, ਵਿਸਰਲ ਫੈਟ ਉਹਨਾਂ ਦੀ ਘੱਟ ਹੋ ਸਕਦੀ ਹੈਗੀ ਆ। ਤੇ ਲੀਫੀ ਗ੍ਰੀਨਸ, ਜਿੰਨੇ ਵੀ ਲੀਫੀ ਗ੍ਰੀਨਸ ਹੈਗੇ ਆ, ਪੱਤਿਆਂ ਵਾਲੀਆਂ ਹਰੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਆ, ਉਹ ਤੁਹਾਡੇ ਡਾਈਟ ਦਾ ਇੱਕ ਪੂਰਾ ਹਿੱਸਾ ਹੋਣਾ ਚਾਹੀਦਾ। ਤਕਰੀਬਨ 60-70 ਗ੍ਰਾਮ ਜਿਹੜੀਆਂ ਤੁਹਾਡੀ ਗ੍ਰੀਨਸ ਹੈਗੇ ਆ ਉਹ ਤੁਹਾਨੂੰ ਲੈਣੇ ਚਾਹੀਦੇ ਆ। ਡੇਰੀ ਤੇ ਫੈਟੀ ਫਿਸ਼ ਲਾਈਕ ਸਾਰਡਾਈਨਸ, ਇਹਨਾਂ ਤੋਂ ਤੁਹਾਨੂੰ ਮਤਲਬ ਕੈਲਸ਼ੀਅਮ ਵੀ ਮਿਲ ਜਾਂਦਾ, ਵਿਟਾਮਿਨ ਡੀ ਵੀ ਮਿਲ ਜਾਂਦਾ ਹੈਗਾ ਆ। ਟਰਾਂਸ ਫੈਟਸ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ, ਤੇ ਫਰਕਟੋਜ਼ ਸਵੀਟਨਡ ਫੂਡਸ ਹੈਗੇ ਆ, ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ, ਕਿਉਂਕਿ ਇਹ ਬੈਲੀ ਫੈਟ ਨੂੰ ਜ਼ਿਆਦਾ ਬੜਾਵਾ ਦਿੰਦੇ ਹੈਗੇ ਆ। ਨਿਊਟ੍ਰੀਸ਼ਨ ਲੇਬਲ ਜਿਹੜੇ ਹੈਗੇ ਆ, ਜੇ ਤੁਸੀਂ ਪੈਕੇਜਡ ਫੂਡ ਕੋਈ ਲੈਣੇ ਹੈਗੇ ਆ ਤੇ ਉਹਦੇ ਜਿਹੜੇ ਲੇਬਲ ਹੈਗੇ ਆ ਉਹਨਾਂ ਨੂੰ ਤੁਹਾਨੂੰ ਚੈੱਕ ਕਰ ਲੈਣਾ ਚਾਹੀਦਾ ਹੈਗਾ, ਤੇ ਜੇ ਕੋਈ ਉਹਦੇ ਵਿੱਚ ਗਲਤ ਸਟਫ ਹੈਗਾ ਆ ਤਾਂ ਉਹਨੂੰ ਤੁਹਾਨੂੰ ਅਵੋਇਡ ਕਰਨਾ ਚਾਹੀਦਾ ਹੈਗਾ ਆ। ਜਿਹੜੀਆਂ ਵੈਰਾਈਟੀ ਆਫ ਵੈਜੀਟੇਬਲਸ ਹੈਗੀਆਂ ਆ, ਜਿੱਦਾਂ ਸਤਰੰਗੀਆਂ ਹੈਗੀਆਂ, 7 ਰੰਗ ਦੀਆਂ ਡਿਫਰੈਂਟ ਟਾਈਪਸ ਦੀਆਂ ਵੈਜੀਟੇਬਲਸ ਹੈਗੇ, ਫਰੂਟਸ ਹੈਗੇ ਆ, ਹੋਲ ਗ੍ਰੇਨਸ ਹੈਗੇ ਆ, ਓਟ ਮੀਲ ਹੈਗੇ ਆ, ਕਿਨੂਆ ਹੈਗਾ ਆ, ਲੀਨ ਪ੍ਰੋਟੀਨ ਲਾਈਕ ਸਕਿਨਲੈਸ ਚਿਕਨ ਹੈਗਾ ਆ, ਫਿਸ਼ ਹੈਗੀ, ਐਗਸ ਹੈਗੇ ਆ, ਬੀਨਸ ਹੈਗੇ ਆ, ਲੋ ਫੈਟ ਡੇਰੀ ਹੈਗੀ ਆ। ਇਹ ਤੁਸੀਂ ਇਸਤੇਮਾਲ ਕਰ ਸਕਦੇ ਹੈਗੇ ਆ ਤਾਂ ਕਿ ਤੁਹਾਡਾ ਜਿਹੜਾ ਮਤਲਬ ਬੋਡੀ ਫੈਟ ਹੈਗੀ ਆ ਉਹਦੇ ਤੇ ਤੁਹਾਡਾ ਕੰਟਰੋਲ ਰਹੇ, ਕਿਉਂਕਿ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਕਾਰਬੋਹਾਈਡਰੇਟ ਔਰ ਸ਼ੂਗਰ ਹੈ, ਜਿਹੜੀ ਕਿ ਤੁਹਾਡੀ ਫੈਟ ਨੂੰ ਅਕਿਊਮੂਲੇਟ ਕਰਦੀ ਹੈਗੀ ਆ। ਔਰ ਅਗਰ ਤੁਸੀਂ ਉਹਦੇ ਤੋਂ ਮਤਲਬ ਛੁਟਕਾਰਾ ਪਾ ਲੈਂਦੇ ਆ ਤਾਂ ਤੁਹਾਡੀ ਫੈਟ ਜਿਹੜੀ ਆ, ਤੁਹਾਡੀ ਜਿਹੜੀ ਹੈਲਦੀ ਫੈਟਸ ਹੈਗੀਆਂ ਜਾਂ ਤੁਹਾਡੀ ਪ੍ਰੋਟੀਨ ਹੈਗੀ ਆ, ਉਹ ਤੁਹਾਨੂੰ ਕੁਝ ਨਹੀਂ ਕਹੇਗੀ।
ਉਹ ਤੁਹਾਡੀ ਫੈਟ ਸਟੋਰੇਜ ਦੇ ਵਿੱਚ ਕੋਈ ਖਾਸ ਹਿੱਸਾ ਨਹੀਂ